ਨਗਰ ਕੌਂਸਲ ਚੋਣਾਂ ਦੇ ਵਿੱਚ ਭਾਰੀ ਮਤਦਾਨ ਹੋਇਆ। ਦੱਸ ਦਈਏ ਕਿ ਚੋਣਾਂ ਦੇ ਵਿੱਚ 71.39% ਮਤਦਾਨ ਹੋਇਆ। 9222 ਉਮੀਦਵਾਰਾਂ ਦੀ ਕਿਸਮਤ ਈਵੀਐਮ ਦੇ ਵਿੱਚ ਕੈਦ ਹੋ ਗਈ ਹੈ। ਸੋ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ਤੇ ਮੁੜ ਚੋਣ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਉੱਥੇ ਦੱਸ ਦਈਏ ਕਿ ਇਹਨਾਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ 17 ਫਰਵਰੀ ਨੂੰ ਐਲਾਨੇ ਜਾਣਗੇ। ਦਰਸ਼ਕਾਂ ਨੂੰ ਵੱਡੀ ਖਬਰ ਦੇ ਦਈਏ ਕਿ ਨਗਰ ਕੌਂਸਲ ਚੋਣਾਂ ਦੇ ਵਿੱਚ ਭਾਰੀ ਮਤਦਾਨ ਹੋਇਆ। ਭਾਵੇਂ ਵੱਖ-ਵੱਖ ਥਾਵਾਂ ਤੇ ਕਈ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਚੋਣਾਂ ਦੇ ਦੌਰਾਨ, ਪਰ ਉਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ 71.39% ਮਤਦਾਨ ਹੋਇਆ। ਸੋ ਦੱਸ ਦਈਏ ਕਿ 9222 ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ ਈਵੀਐਮ ਦੇ ਵਿੱਚ ਕੈਦ ਹੋ ਗਈ ਹੈ ਤੇ ਹੁਣ ਇਹਨਾਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ 17 ਫਰਵਰੀ ਨੂੰ ਐਲਾਨੇ ਜਾਣਗੇ। ਉੱਥੇ ਦੱਸ ਦਈਏ ਕਿ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ਤੇ ਮੁੜ ਚੋਣ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋ ਦਰਸ਼ਕਾਂ ਦੱਸ ਦਈਏ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਰ ਨੇ ਜਿਹੜੇ ਉਹ ਵੋਟਾਂ ਪਾਉਣ ਦੇ ਲਈ ਪਹੁੰਚੇ ਸਨ ਤੇ ਉੱਥੇ ਹੀ ਹੁਣ ਕੁੱਲ ਮਿਲਾ ਕੇ 71.39% ਮਤਦਾਨ ਇਹਨਾਂ ਚੋਣਾਂ ਦੇ ਵਿੱਚ ਹੋਇਆ ਅਤੇ ਹੁਣ ਵੱਖ-ਵੱਖ ਉਮੀਦਵਾਰ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੀ ਕਿਸਮਤ ਹੈ ਜਿਹੜੀ ਉਹ ਈਵੀਐਮ ਦੇ ਵਿੱਚ ਕੈਦ ਹੋਈ ਹੈ ਤੇ 17 ਤਰੀਕ ਨੂੰ ਨਤੀਜੇ ਇਹਨਾਂ ਵੋਟਾਂ ਦੇ ਆਉਣਗੇ। ਸੋ ਉੱਥੇ ਦਰਸ਼ਕਾਂ ਨੂੰ ਦੱਸਦੇ ਕਿ ਵੋਟਾਂ ਪਾਉਣ ਆਏ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜਿਸ ਦਾ ਨਤੀਜਾ ਇਹੀ ਹੈ ਕਿ 71.39% ਮਤਦਾਨ ਹੋਇਆ। ਸੋ ਉੱਥੇ ਹੀ ਇਹਨਾਂ ਚੋਣਾਂ ਦੌਰਾਨ ਕਈ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਤੋਂ ਬਾਅਦ ਵੀ ਭਾਰੀ ਮਤਦਾਨ ਹੋਇਆ ਤੇ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰਦੇ ਵੀ ਨਜ਼ਰ ਆਏ ਅਤੇ ਚੋਣ ਪ੍ਰਚਾਰ ਦੇ ਦੌਰਾਨ ਵੀ ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀ ਲੱਗਦੀ ਰਹੀ। ਪਰ ਹੁਣ ਕੁੱਲ ਮਿਲਾ ਕੇ ਜਿਹੜਾ ਕਿਹੜਾ ਉਮੀਦਵਾਰ ਮੇਅਰ ਬਣੇਗਾ ਉਸ ਦਾ ਜਿਹੜਾ ਫੈਸਲਾ ਹੈ ਉਹ 17 ਫਰਵਰੀ ਨੂੰ ਹੁਣ ਤੈਅ ਹੋਣਾ ਹੈ। ਪਰ ਉੱਥੇ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਵੱਖ-ਵੱਖ ਬੂਥਾਂ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਨਜ਼ਰ ਆਏ ਸਨ। ਸੋ ਇਸ ਦੇ ਨਾਲ ਹੀ ਮੋਗਾ ਤੋਂ ਸਾਡੇ ਪੱਤਰਕਾਰ ਸੂਰਜ ਮਿੱਤਲ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ। ਸੂਰਜ, ਜਿਸ ਤਰ੍ਹਾਂ ਵੋਟਾਂ ਪੈਣ ਦੀ ਪ੍ਰਕਿਰਿਆ ਜਿਹੜੀ ਉਹ ਸਮਾਪਤ ਹੋ ਚੁੱਕੀ ਹੈ ਤੇ 17 ਤਰੀਕ ਨੂੰ ਹੁਣ ਰਿਜ਼ਲਟ ਆਉਣਗੇ, ਨਤੀਜੇ ਐਲਾਨੇ ਜਾਣਗੇ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਜੇਕਰ ਆਪਾਂ ਕੁੱਲ ਮਿਲਾ ਕੇ ਦੇਖੀਏ? ਦੇਖੋ, ਕੁੱਲ ਮਿਲਾ ਕੇ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਹੈਗੇ ਚੁਣਾਵ ਸ਼ਾਂਤੀਪੂਰਵਕ ਢੰਗ ਨਾਲ ਹੋ ਗਿਆ। ਪ੍ਰਸ਼ਾਸਨ ਨੇ ਵੀ ਇਸ ਗੱਲ ਦਾ ਪੂਰਾ ਆਪਦਾ ਹੁੰਗਾਰਾ ਭਰਿਆ ਹੈਗਾ, ਕਿਤੇ ਵੀ ਕੋਈ ਛਿਟਪੁਟ ਘਟਨਾਵਾਂ ਤੋਂ ਬਾਅਦ ਹੋਰ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਔਰ ਵੋਟਰਾਂ 'ਚ ਵੀ ਜਿਹੜਾ ਕੱਲ ਦੇਖਿਆ ਗਿਆ ਉਤਸ਼ਾਹ ਕਾਫੀ ਸੀਗਾ। ਔਰ ਲਾਸਟ ਟਾਈਮ ਤੇ ਜਦੋਂ 3-3:30 ਵਜੇ ਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਵੀ ਜ਼ਰੂਰ ਵਧੀ, ਕਿਉਂਕਿ ਦੁਪਹਿਰ ਵੇਲੇ ਜਿਹੜੀ ਹੈਗੀ ਹੈ ਕੁਝ ਲੰਮੀਆਂ ਲਾਈਨਾਂ ਸੀ, ਕੁਝ ਲੋਕ ਵੋਟਰ ਵਾਪਸ ਘਰਾਂ ਨੂੰ ਪਰਤ ਗਏ ਸੀਗੇ ਔਰ ਉਹਨਾਂ ਨੇ ਫਿਰ 3:30 ਵਜੇ ਜਾ ਕੇ ਆਪਣੇ ਮਤਦਾਨ ਦਾ ਇਸਤੇਮਾਲ ਵੀ ਕੀਤਾ। ਕੁੱਲ ਮਿਲਾ ਕੇ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੇ ਚੁਣਾਵ ਸ਼ਾਂਤੀਪੂਰਵਕ ਰਹੇ ਹੈ। ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ, ਡੀਸੀ ਮੋਗਾ ਔਰ ਐਸਐਸਪੀ ਵੱਲੋਂ ਆਪ ਖੁਦ ਉੱਥੇ ਚੱਪੇ ਤੇ ਜਾ ਕੇ ਜ਼ਿਲ੍ਹੇ ਦੇ ਵਿੱਚ ਸਾਰੀ ਨਿਗਰਾਨੀ ਰੱਖੀ ਗਈ ਹੈ ਔਰ ਵੋਟਰ ਜਿਹੜੇ ਹੈਗੇ ਆਪਣਾ ਵੋਟ ਦਾ ਇਸਤੇਮਾਲ ਕਰਕੇ ਵੀ ਕਾਫੀ ਰਿਹਾ। ਭਾਵੇਂ ਗੱਲ ਕਰੀਏ ਨਵੇਂ ਵੋਟਰਾਂ ਦੀ ਜਿਨ੍ਹਾਂ ਨੇ ਪਹਿਲੀ ਵਾਰੀ ਆਪਣੀ ਵੋਟ ਦਾ ਇਸਤੇਮਾਲ ਕੀਤਾ, ਉਹਨਾਂ 'ਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀਗਾ ਵੀ ਉਹ ਵੀ ਇਸ ਵਾਰ ਆਪਣੇ ਵਾਰਡ ਦੇ ਜਿਹੜੇ ਐਮਸੀ ਨੂੰ ਚੁਣਨ ਲਈ ਆਪਣਾ ਜਿਹੜਾ ਹੈਗਾ ਵਾ ਮਤਦਾਨ ਦਾ ਇਸਤੇਮਾਲ ਕਰ ਰਹੇ ਆ। ਆਉਣ ਵਾਲੇ ਸਮੇਂ 'ਚ ਹੁਣ ਪਤਾ ਲੱਗੇਗਾ ਕਿਹੜੇ ਮਤਦਾਨ ਜਿਹੜੇ ਲੋਕਾਂ ਨੇ ਉਮੀਦਵਾਰਾਂ ਨੂੰ ਚੁਣਿਆ, ਕਿਹੜੇ ਚੁਣੇ ਹੋਏ ਉਮੀਦਵਾਰ ਸਾਹਮਣੇ ਆਉਂਦੇ ਹੈਗੇ ਆ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਸੂਰਜ, ਜਿਸ ਤਰ੍ਹਾਂ ਕਈ ਥਾਵਾਂ ਤੇ ਜਿਹੜਾ ਵੋਟਾਂ ਨੇ ਉਹ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪਈਆਂ ਨੇ, ਪਰ ਫਿਰ ਵੀ ਜਿਹੜੇ ਸੱਤਾ ਧਿਰ ਦੇ ਉੱਤੇ ਦੂਜੀਆਂ ਪਾਰਟੀਆਂ ਨੇ ਇਲਜ਼ਾਮ ਲਾਉਂਦੀਆਂ ਨਜ਼ਰ ਆਈਆਂ ਨੇ ਕਿ ਉਹਨਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ, ਵੋਟਰ ਲਿਸਟਾਂ ਲੇਟ ਪਹੁੰਚੀਆਂ ਨੇ ਜਾਂ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਨੇ ਉਹਨਾਂ ਵੱਲੋਂ ਲਗਾਏ ਗਏ ਨੇ। ਦੇਖੋ, ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਦੋ ਥਾਂ ਤੇ ਸ਼ੁਰੂ ਤੋਂ ਵੋਟਿੰਗ ਸਵੇਰ ਦੀ 8 ਵਜੇ ਪ੍ਰਕਿਰਿਆ ਸ਼ੁਰੂ ਹੋਈ, ਉਦੋਂ ਇੱਕ ਦੋ ਥਾਵਾਂ ਤੇ ਕੋਟੀ ਸੇਕਾਂ ਜਾਂ ਮੋਗਾ ਦੀ ਗੱਲ ਕਰੀਏ ਇੱਥੇ ਈਵੀਐਮ ਮਸ਼ੀਨਾਂ 'ਚ ਗੜਬੜੀ ਜ਼ਰੂਰ ਹੋਈ, ਖਰਾਬ ਹੋਈਆਂ। ਉਸ ਟਾਈਮ ਲਈ ਵੋਟਿੰਗ ਦੇਰੀ ਨਾਲ ਜ਼ਰੂਰ ਸ਼ੁਰੂ ਹੋਈ, ਪਰ ਇਸ ਤਰ੍ਹਾਂ ਦਾ ਕੋਈ ਇੱਥੇ ਨਹੀਂ ਹੋਇਆ ਵੀ ਕੋਈ ਕਿਸੇ ਨੇ ਵੋਟਰ ਜਾਲੀ ਪਾਉਣ ਆਇਆ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੋਵੇ। ਪਰ ਹਾਂ, 1-2 ਦੇ ਮਤਦਾਤਾ ਜਿਹੜੇ ਹੈਗੇ ਆ ਇੱਕ ਕੇਂਦਰਾਂ ਦੇ ਜਿਹੜੇ ਕੁਝ ਕਈ ਸੁਣੀ ਜ਼ਰੂਰ ਆਏ ਵੋਟਰਾਂ ਨੂੰ ਜਿਹੜੇ ਹੈਗੇ ਆ ਉਮੀਦਵਾਰਾਂ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਵੀ ਅੰਦਰ ਖੜੇ ਸੀਗੇ ਵੀ ਉਹ ਅੰਦਰ ਖੜਿਆ, ਉਹ ਅੰਦਰ ਖੜਿਆ, ਇੱਕ ਦੂਜੇ ਨੂੰ ਬਹਿਸ ਜ਼ਰੂਰ ਦੇਖਣ ਨੂੰ ਮਿਲੀ।
ਪਰ ਹੋਰ ਇਸ ਤਰ੍ਹਾਂ ਦੀ ਕੋਈ ਵੱਡੀ ਗੱਲ ਸਾਹਮਣੇ ਉੱਪਰ ਕੇ ਨਹੀਂ ਸਾਹਮਣੇ ਆਈ ਜਿਸ ਨਾਲ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਹੰਗਾਮਾ ਹੋਇਆ ਹੋਵੇ। ਸੋ ਜਿਸ ਤਰ੍ਹਾਂ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉੱਥੇ ਦੂਜੇ ਪਾਸੇ ਜਿਹੜਾ ਮਤਦਾਨ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਹੋਇਆ। ਬਿਲਕੁਲ, ਕਿਸਾਨੀ ਅੰਦੋਲਨ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜ਼ਰੂਰ ਵੋਟਿੰਗ ਦਾ ਅਸਰ ਪਿਆ ਹੈਗਾ ਵਾ। ਸਾਡੇ ਮੋਗੇ ਜ਼ਿਲ੍ਹੇ ਦੀ ਗੱਲ ਕਰੀਏ, ਹਲਕਾ ਨਿਹਾਲ ਸਿੰਘ ਵਾਲਾ, ਉੱਥੇ ਵੋਟਿੰਗ 75% ਤੋਂ ਵੱਧ ਹੋਈ ਹੈ। ਸਾਰਿਆਂ ਜ਼ਿਆਦਾ ਵੋਟਾਂ ਦੀ ਗਿਣਤੀ ਉੱਥੇ ਹੋਈ ਹੈ। ਔਰ ਦੂਜੇ ਪਾਸੇ ਜਿਹੜੀ ਮੋਗਾ ਦੀ ਗੱਲ ਕਰੀਏ ਜਾਂ ਕੋਟੀ ਸੇਕਾਂ ਦੀ ਜਾਂ ਵਧਨੀ ਕਲਾਂ ਦੀ, ਉੱਥੇ ਵੀ 70 ਤੋਂ 72 ਔਰ 60% ਵੋਟਿੰਗ ਹੋਈ ਹੈਗੀ ਹੈ। ਕਿਸਾਨਾਂ ਦੇ ਜਿਹੜੇ ਉੱਥੇ ਦਿੱਲੀ ਧਰਨੇ ਦੇ ਜਿਹੜੇ ਬੈਠੇ ਹੈਗੇ, ਹਾਂ ਉਹ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ, ਉਸ ਨਾਲ ਫਰਕ ਤਾਂ ਜ਼ਰੂਰ ਪਿਆ ਹੈਗਾ ਵਾ। ਪਰ ਫਿਰ ਵੀ ਸ਼ਹਿਰ ਵਾਸੀਆਂ ਵਿੱਚ ਕਾਫੀ ਵੋਟ ਪਾਉਣ ਲਈ ਉਤਸ਼ਾਹ ਦੇਖਿਆ ਗਿਆ। ਕਾਫੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਸ਼ਹਿਰ ਵਾਸੀ ਉਮੜ ਕੇ ਜਿਹੜੇ ਹੋਏ, ਕੋਈ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਕੋਈ ਵਾਕਰ ਨਾਲ ਚੱਲਦੇ ਆ ਜਾਂ ਕੋਈ ਵੀਲ ਚੇਅਰ ਨਾਲ ਚੱਲਦੇ ਆ, ਉਹ ਵੀ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚੇ ਸੀਗੇ। ਧੰਨਵਾਦ ਸੂਰਜ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਨਗਰ ਕੌਂਸਲ ਚੋਣਾਂ ਦੇ ਵਿੱਚ ਭਾਰੀ ਮਤਦਾਨ ਹੋਇਆ। ਉੱਥੇ ਹੀ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ, ਪਰ ਕਈ ਥਾਵਾਂ ਤੇ ਜਿਹੜਾ ਪੂਰੀ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਚੋਣਾਂ ਹੋਈਆਂ ਨੇ। ਤੇ ਹੁਣ 17 ਫਰਵਰੀ ਤੈਅ ਕਰੇਗੀ ਕਿ ਕਿਹੜਾ ਉਮੀਦਵਾਰ ਲੋਕਾਂ ਦੇ ਪੱਖ ਦੇ ਵਿੱਚ ਖਰਾ ਉਤਰਿਆ ਸੀ ਅਤੇ ਜਿਸ ਨੂੰ ਵੋਟਾਂ ਪਈਆਂ ਨੇ ਅਤੇ ਕੌਣ ਜਿੱਤ ਦਾ ਦਾਅਵਾ ਕਰਦਾ ਹੈ। ਤੇ ਤਮਾਮ ਚੀਜ਼ਾਂ ਨੇ ਜਿਹੜੀਆਂ ਉਹ 17 ਫਰਵਰੀ ਨੂੰ ਤੈਅ ਹੋਣਗੀਆਂ। ਪਰ ਉੱਥੇ ਹੀ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਸੀ ਇਹਨਾਂ ਚੋਣਾਂ ਨੂੰ ਲੈ ਕੇ, ਭਾਵੇਂ ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦਾ ਦੌਰ ਆਇਆ 2020 ਦੇ ਵਿੱਚ ਅਤੇ ਉਸ ਤੋਂ ਬਾਅਦ ਹੀ ਕਿਸਾਨੀ ਅੰਦੋਲਨ ਜਿਹੜਾ ਉਸ ਦੀ ਸ਼ੁਰੂਆਤ ਹੋਈ। ਇਹਨਾਂ ਤਮਾਮ ਚੀਜ਼ਾਂ ਦੇ ਵਿੱਚ ਵੀ ਜਿਹੜਾ ਵੋਟਰ ਸੀਗੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆਪਣਾ ਵੋਟ ਪਾਉਣ ਦਾ ਅਧਿਕਾਰ ਹੈ ਉਸ ਦੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸੀ ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਤਸ਼ਾਹ ਟੁੱਟਦਾ ਹੋਇਆ ਨਜ਼ਰ ਨਹੀਂ ਆਇਆ। ਉੱਥੇ ਹੀ 71.39% ਜਿਹੜਾ ਵੋਟਿੰਗ ਹੋਈ ਹੈ, ਇਹ ਕਿਤੇ ਨਾ ਕਿਤੇ ਇਸ ਗੱਲ ਦਾ ਸਬੂਤ ਹੈ ਕਿ ਵੋਟਰ ਅਜੇ ਵੀ ਆਪਣੇ ਹੱਕਾਂ ਦੇ ਪ੍ਰਤੀ ਅਵੇਅਰ ਨੇ ਲੋਕ। ਤੇ ਉੱਥੇ ਹੀ ਹੁਣ 17 ਫਰਵਰੀ ਕੁੱਲ ਮਿਲਾ ਕੇ ਤੈਅ ਕਰੇਗੀ ਕਿ ਕਿਹੜਾ ਉਮੀਦਵਾਰ ਲੋਕਾਂ ਦੀਆਂ ਮੰਗਾਂ ਤੇ ਖਰਾ ਉਤਰਿਆ ਤੇ ਕਿਸ ਨੂੰ ਲੋਕਾਂ ਨੇ ਆਪਣਾ ਮੇਅਰ ਚੁਣਿਆ। ਇਹ तमाम ਚੀਜ਼ਾਂ 17 ਤਰੀਕ ਨੂੰ ਤੈਅ ਹੋਣਗੀਆਂ। ਤੇ ਉੱਥੇ ਹੀ 9222 ਉਮੀਦਵਾਰ ਨੇ ਜਿਹੜੇ ਉਹ ਕੁੱਲ ਸੀਗੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ। ਤੇ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਪੱਤਰਕਾਰ ਤਰਸੇਮ ਟੋਡੀ ਫੋਨ ਲਾਈਨ ਤੇ ਬਣੇ ਹੋਏ ਨੇ। ਤਰਸੇਮ, ਜਿਸ ਤਰ੍ਹਾਂ ਵੋਟਾਂ ਦਾ ਜਿਹੜੀਆਂ ਪੈ ਚੁੱਕੀਆਂ ਨੇ ਤੇ 17 ਫਰਵਰੀ ਨੂੰ ਹੁਣ ਨਤੀਜੇ ਐਲਾਨੇ ਜਾਣਗੇ, ਉੱਥੇ ਕੁੱਲ ਮਿਲਾ ਕੇ ਜਿਹੜਾ ਮੁਕਤਸਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਕੱਲ? जी जट्ठा साहब, बताना चाहूँगा कि जो मुक्तसर का माहौल सी शांतिपूर्व वोटां 4 वजे तक तो पईयां, लेकिन वोटां पैण तो बाद अकाली ਅਤੇ ਕਾਂਗਰਸੀ ਲੀਡਰ ਦੇ ਜਿਹੜੇ ਸੀਗੇ ਆਪਸ ਵਿੱਚ ਭਿੜ ਪਏ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅਕਾਲੀ ਲੀਡਰਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਗਏ ਪੁਲਿਸ ਵੱਲੋਂ। ਤੇ ਹੁਣ ਉਹਨਾਂ ਦੀ ਮਤਲਬ ਕਿ ਜਿਹੜੇ ਪਰਚੇ ਰੱਦ ਕਰਾਉਣ ਲਈ ਅਕਾਲੀ ਦਲ ਨੇ ਰਾਤ ਧਰਨਾ ਵੀ ਦਿੱਤਾ ਥਾਣੇ ਦੇ ਬਾਹਰ ਮੂਹਰੇ ਜੀ। ਤੇ ਜੇਕਰ ਦੇਖਿਆ ਜਾਵੇ ਤਰਸੇਮ, ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਸਾਹਮਣੇ ਆਉਂਦੀਆਂ ਨੇ ਤੇ ਇੱਕ ਦੂਜੇ ਦੇ ਜਿਹੜੇ ਸੱਤਾ ਧਿਰ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਜਿਹੜਾ ਇਹ ਵਿਵਾਦ ਵਧਿਆ? ਇਹ ਦੱਸਣਾ ਚਾਹਾਂਗਾ ਜੀ, ਧੱਕੇਸ਼ਾਹੀ ਕਾਲੀਆਂ ਵੱਲੋਂ ਕੀਤੀ ਗਈ ਹੈ ਕਿਉਂਕਿ ਕਾਲੀ ਜਿਹੜੇ ਨੇ ਉਹ ਆਪਣੀ ਸੀਟ ਹਥਿਆਉਣ ਦੇ ਲਈ ਪੈਸੇ ਦਾ ਇਸਤੇਮਾਲ ਕਰ ਰਹੇ ਸੀ। ਜਦ ਕਾਂਗਰਸੀਆਂ ਨੇ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਉੱਪਰ ਹਮਲਾ ਕੀਤਾ ਗਿਆ ਜੀ। ਤੇ ਮਤਲਬ ਕੁੱਲ ਮਿਲਾ ਕੇ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਬਣਦਾ ਵੀ ਨਜ਼ਰ ਆਇਆ। ਉੱਥੇ ਹੀ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੀ ਉਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ, ਪਰ ਉਸ ਤੋਂ ਬਾਅਦ ਵੀ ਜਿਹੜੀਆਂ ਘਟਨਾਵਾਂ ਸਾਹਮਣੇ ਆਉਣੀਆਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਨੇ ਇਹਨਾਂ ਤਮਾਮ ਪਾਰਟੀਆਂ ਉੱਤੇ ਵੀ ਜਾਂ ਪ੍ਰਸ਼ਾਸਨ ਉੱਤੇ ਵੀ। ਪ੍ਰਸ਼ਾਸਨ ਵੱਲੋਂ ਤਾਂ ਬਹੁਤ ਵਧੀਆ ਡਿਊਟੀਆਂ ਲਗਾਈਆਂ ਗਈਆਂ ਸੀ। ਚੱਪੇ ਚੱਪੇ ਤੇ ਪੁਲਿਸ ਸੀ, ਚੱਪੇ ਚੱਪੇ ਤੇ ਡੀਐਸਪੀ, ਡੀਐਸਪੀ ਇਹ ਸਭੀ ਮਤਲਬ ਜਿੱਥੇ ਜਿੱਥੇ ਪੋਲਿੰਗ ਸਟੇਸ਼ਨਾਂ ਦੇ ਉੱਪਰ ਚੈਕਿੰਗ ਲਈ ਜਾ ਰਹੇ ਸਨ। ਪਰ ਫਿਰ ਵੀ ਬਾਅਦ ਦੇ ਵਿੱਚ ਜਦ ਪੋਲਿੰਗ ਖਤਮ ਹੋਈ ਉਦੋਂ ਬਾਅਦ ਹੀ ਇਹਨਾਂ ਦਾ ਤਣਾਅ ਆਪਸ ਵਿੱਚ ਦੋਨਾਂ ਪਾਰਟੀਆਂ ਦਾ ਵਧਿਆ ਤੇ ਆਪਸ ਵਿੱਚ ਇਹਨਾਂ ਨੇ ਝਗੜਾ ਕੀਤਾ ਜੀ। ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਦੱਸਦੇ ਕਿ ਕਿਤੇ ਨਾ ਕਿਤੇ ਤਣਾਅਪੂਰਨ ਘਟਨਾਵਾਂ ਵੀ ਸਾਹਮਣੇ ਆਈਆਂ ਸੀਗੀਆਂ ਇਹਨਾਂ ਚੋਣਾਂ ਨੂੰ ਲੈ ਕੇ, ਪਰ ਉੱਥੇ ਹੀ ਜਿਹੜਾ ਸੱਤਾ ਧਿਰ ਤੋਂ ਇਲਾਵਾ ਹੋਰ ਪਾਰਟੀਆਂ ਨੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਨਜ਼ਰ ਆਏ ਕਿ ਉਹਨਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ। ਤੇ ਕੁੱਲ ਮਿਲਾ ਕੇ ਜਿਹੜਾ 71.39% ਮਤਦਾਨ ਹੋਇਆ ਤੇ ਹੁਣ ਸਭ ਦੀਆਂ ਨਜ਼ਰਾਂ 17 ਫਰਵਰੀ ਤੇ ਟਿਕੀਆਂ ਹੋਈਆਂ ਨੇ
ਕਿ ਕਿਹੜਾ ਉਮੀਦਵਾਰ ਹੈ ਜਿਹੜਾ ਲੋਕਾਂ ਦੇ ਵੱਲੋਂ ਚੁਣਿਆ ਗਿਆ ਹੈ। ਤੇ ਉੱਥੇ ਹੀ ਦੱਸ ਦਈਏ ਕਿ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਉਹਨਾਂ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਜਾਂ ਉਹਨਾਂ ਦੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ, ਉਹ ਆਪਣੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਏ ਤੇ ਵੱਡੇ ਦਾਅਵੇ ਵੀ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ 2022 ਵਿਧਾਨ ਸਭਾ ਚੋਣਾਂ ਦੀ, ਤਾਂ ਉਸ ਦੇ ਵਿੱਚ ਵੀ ਕਰੀਬ 1 ਸਾਲ ਦਾ ਸਮਾਂ ਹਜੇ ਬਾਕੀ ਹੈ, ਪਰ ਉਸ ਦੇ ਮੱਦੇਨਜ਼ਰ ਹੀ ਕਈ ਐਲਾਨ ਨੇ ਜਿਹੜੇ ਉਹ ਵੱਖ-ਵੱਖ ਪਾਰਟੀਆਂ ਕਰਦਿਆਂ ਨਜ਼ਰ ਆਈਆਂ। ਸ਼ਹਿਰ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਜਾਂ ਇਸ ਦੇ ਨਾਲ ਜੁੜੇ ਹੋਏ ਹੋਰ ਤਮਾਮ ਮੁੱਦੇ ਨੇ ਜਿਹੜੀਆਂ ਦਰਪੇਸ਼ ਸਮੱਸਿਆਵਾਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਨੇ, ਉਹ ਤਮਾਮ ਗੱਲਾਂ ਨੂੰ ਲੈ ਕੇ ਚੋਣਾਂ ਦੇ ਦੌਰਾਨ ਵੋਟਾਂ ਮੰਗਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਹੋਈ ਹੈ। ਤੇ ਉਸ ਤੋਂ ਬਾਅਦ ਜਿਹੜਾ ਹੁਣ 17 ਫਰਵਰੀ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਕਿ ਲੋਕ ਹੁਣ ਕਿਹੜਾ ਉਮੀਦਵਾਰ ਆਪਣੇ ਪੱਖ ਦੇ ਵਿੱਚ ਚੁਣਦੇ ਨੇ ਅਤੇ ਕਿਹੜੀ ਪਾਰਟੀ ਹੈ ਜਿਹੜੀ ਉਸਦੇ ਕੌਂਸਲਰ ਚੁਣੇ ਜਾਂਦੇ ਨੇ। ਤੇ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ, ਖਾਸ ਕਰਕੇ ਰਵਾਇਤੀ ਪਾਰਟੀਆਂ ਨੇ, ਉਹਨਾਂ ਦਾ ਪ੍ਰਭਾਵ ਹੈ ਜਿਹੜਾ ਚੋਣਾਂ ਦੇ ਵਿੱਚ ਜ਼ਿਆਦਾ ਦਿਖਾਈ ਦਿੱਤਾ ਤੇ ਉਹਨਾਂ ਦੇ ਉਮੀਦਵਾਰ ਵੀ ਸੀ ਜਿਹੜੇ, ਉਹਨਾਂ ਦੀ ਗਿਣਤੀ ਵੀ ਇਹਨਾਂ ਚੋਣਾਂ ਦੇ ਵਿੱਚ ਜ਼ਿਆਦਾ ਸੀ। ਪਰ ਉੱਥੇ ਹੀ ਹੁਣ ਦੱਸ ਦਈਏ ਕਿ ਕੁੱਲ ਮਿਲਾ ਕੇ 9222 ਉਮੀਦਵਾਰ ਨੇ ਜਿਹੜੇ ਉਹ ਇਹਨਾਂ ਚੋਣਾਂ ਦੇ ਵਿੱਚ ਸਰਗਰਮ ਸਨ, ਜਿਨ੍ਹਾਂ ਨੂੰ ਦੀ ਕਿਸਮਤ ਹੁਣ EVM ਮਸ਼ੀਨਾਂ ਦੇ ਵਿੱਚ ਕੈਦ ਹੈ ਤੇ 17 ਫਰਵਰੀ ਹੁਣ ਤੈਅ ਕਰੇਗੀ ਕਿ ਸੋ ਉੱਥੇ ਦੱਸ ਦਈਏ ਕਿ ਉਮੀਦਵਾਰਾਂ ਤੋਂ ਇਲਾਵਾ ਜੇਕਰ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਉਤਸ਼ਾਹ ਵੋਟਰਾਂ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲਿਆ। ਤੇ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿਛਲੀ ਵਾਰ ਤੋਂ ਜ਼ਿਆਦਾ ਜਿਹੜੇ ਵੋਟਰ ਸੀਗੇ ਉਹ ਇਸ ਉਤਸ਼ਾਹ ਦੇ ਨਾਲ ਆਏ, ਕਿਉਂਕਿ ਇਸ ਵਾਰ ਭਾਵੇਂ ਕਰੋਨਾ ਮਹਾਮਾਰੀ ਅਤੇ ਕਿਸਾਨੀ ਅੰਦੋਲਨ ਦੇ ਚੱਲਦੇ ਵੀ ਕਾਫੀ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ, ਪਰ ਉਸ ਦੇ ਬਾਵਜੂਦ ਵੀ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਰੋਪੜ ਤੋਂ ਸਾਡੇ ਪੱਤਰਕਾਰ ਮਨਪ੍ਰੀਤ ਚਹਿਲ ਵੀ ਸਾਡੇ ਨਾਲ ਫੋਨ ਲਾਈਨ ਤੇ ਨੇ। ਮਨਪ੍ਰੀਤ, ਜੇਕਰ ਕੱਲ ਵੋਟਾਂ ਨੂੰ ਲੈ ਕੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਇੱਕ ਭਾਰੀ ਮਤਦਾਨ ਵੀ ਹੋਇਆ, ਪਰ ਦੂਜੇ ਪਾਸੇ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ, ਹਿੰਸਕ ਘਟਨਾਵਾਂ ਵੀ, ਉਸ ਨੂੰ ਲੈ ਕੇ ਰੂਪਨਗਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ? ਗੁਰਪ੍ਰੀਤ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰੋਪੜ ਜ਼ਿਲ੍ਹੇ ਦੇ ਵਿੱਚ ਕੁੱਲ 70.68% ਮਤਦਾਨ ਹੋਇਆ ਹੈ ਤੇ 2 ਘਟਨਾਵਾਂ ਸਾਹਮਣੇ ਇੱਥੇ ਆਈਆਂ ਨੇ। ਇੱਕ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੋਗਸ ਵੋਟ ਪਾਉਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਜਿਸ ਆਦਮੀ ਨੇ ਬੋਗਸ ਵੋਟ ਪਾਈ ਸੀ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਤੇ ਉੱਥੇ ਬਹੁਤ ਵੱਡਾ ਹੰਗਾਮਾ ਹੋਇਆ। ਤੇ ਦੂਸਰੀ ਘਟਨਾ ਰੋਪੜ ਦੀ ਹੈ। ਰੋਪੜ ਦੇ ਵਿੱਚ ਅਮੂਮਨ 2 ਛੋਟੀਆਂ ਘਟਨਾਵਾਂ ਹੋਈਆਂ ਨੇ ਤੇ ਇੱਕ ਵੱਡੀ ਘਟਨਾ ਹੋਈ ਹੈ ਜਿਸ ਵਿੱਚ ਅਕਾਲੀ ਤੇ ਕਾਂਗਰਸੀ ਚੁਣਾਵ ਦੇ ਵਿੱਚ ਭਿੜ ਗਏ ਤੇ ਕਰੀਬ 9 ਦੇ ਕਰੀਬ ਜਿਹੜੇ ਉਹਨਾਂ ਪਾਰਟੀਆਂ ਦੇ ਵਰਕਰ ਨੇ ਉਹ ਜ਼ਖਮੀ ਹੋਏ ਨੇ ਤੇ ਤਲਵਾਰਾਂ ਦੇ ਨਾਲ ਉਹਨਾਂ ਦਾ ਇੱਕ ਦੂਜੇ ਦੇ ਉੱਤੇ ਵਾਰ ਵੀ ਹੋਇਆ, ਜਿਹਦੇ ਵਿੱਚ ਇੱਕ ਬੰਦਾ ਬਹੁਤ ਸੀਰੀਅਸ ਸੀਗਾ ਤੇ ਉਸ ਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਕੀਤਾ ਗਿਆ ਤੇ ਕੁਝ ਲੋਕਾਂ ਦੇ ਸਿਰਾਂ ਦੇ ਵਿੱਚ ਸੱਟਾਂ ਮਾਰੀਆਂ ਗਈਆਂ ਨੇ ਤੇ ਉਹ ਵੀ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਨੇ। ਬਾਕੀ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪੱਧਰ ਦੇ ਵਿੱਚ ਸ਼ਾਂਤਪੂਰਨ ਮਾਹੌਲ ਰਿਹਾ, ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜਿਹੜੀਆਂ ਘਟਨਾਵਾਂ ਦਾ ਮੈਂ ਜ਼ਿਕਰ ਕਰ ਰਿਹਾ, ਇਸ ਤੋਂ ਬਾਅਦ ਵੀ ਪੁਲਿਸ ਨੇ ਉੱਥੇ ਸਖਤੀ ਦਿਖਾਉਂਦੇ ਹੋਏ ਲੋਕਾਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜੀ ਪੋਲਿੰਗ ਹੋਈ ਸੀ ਉਹਨੂੰ ਜਾਰੀ ਰੱਖਿਆ। ਜੀ ਮਨਪ੍ਰੀਤ, ਪੁਖਤਾ ਪ੍ਰਬੰਧਾਂ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਹੋਣੀਆਂ ਕਿਤੇ ਨਾ ਕਿਤੇ ਸਭ ਦੇ ਉੱਤੇ ਸਵਾਲੀਆ ਨਿਸ਼ਾਨ ਵੀ ਖੜੇ ਹੁੰਦੇ ਨੇ। ਬਿਲਕੁਲ ਗੁਰਪ੍ਰੀਤ, ਸਵਾਲੀਆ ਨਿਸ਼ਾਨ ਤਾਂ ਪ੍ਰਸ਼ਾਸਨ ਉੱਤੇ ਖੜੇ ਹੀ ਹੁੰਦੇ ਹਨ, ਪਰ ਦੇਖਣ ਵਾਲੀ ਇਹ ਗੱਲ ਹੈ ਕਿ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਲੋਕਲ ਫੇਸ ਉੱਤੇ ਹੁੰਦੀਆਂ ਨੇ, ਚਿਹਰੇ ਉੱਤੇ ਹੁੰਦੀਆਂ ਨੇ ਤੇ ਲੋਕਲ ਚਿਹਰੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਦੇ ਵਿੱਚ ਪੈਠ ਵੀ ਰੱਖਦੇ ਨੇ ਤੇ ਕਿਤੇ ਨਾ ਕਿਤੇ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਬੈਕਅਪ ਕੀਤੀ ਜਾਂਦੀ ਆ, ਕਿਸੇ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਆ ਤਾਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੇ ਅਮੂਮਨ ਹੁੰਦਾ ਹੈ ਕਿ ਲੋਕਲ ਪਾਰਟੀਆਂ ਦੇ ਕਾਰਜਕਰਤਾ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਜਾਂਦੇ ਹਨ। ਜੀ ਮਨਪ੍ਰੀਤ, ਜਿਸ ਸਮੇਂ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਜਿਹੜੇ ਵੀ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਸਰਗਰਮ ਸਨ, ਚੋਣਾਂ ਦੇ ਵਿੱਚ ਹਿੱਸਾ ਲਿਆ ਸੀਗਾ, ਉਹਨਾਂ ਦੇ ਪੱਖ ਦੇ ਵਿੱਚ ਉਹਨਾਂ ਪਾਰਟੀਆਂ ਦੇ ਸੀਨੀਅਰ ਲੀਡਰ ਸੀ ਜਿਹੜੇ ਉਹ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਫਿਲਹਾਲ ਹੁਣ 17 ਤਰੀਕ ਨੂੰ ਦੇਖਣ ਵਾਲੀ ਗੱਲ ਹੋਏਗੀ ਕਿ ਕੌਣ ਜਿਹੜੇ ਉਮੀਦਵਾਰ ਨੇ ਉਹ ਖਰੇ ਉਤਰਦੇ ਨੇ ਆਪਣੇ ਵੋਟਰਾਂ ਦੇ ਪੱਖ 'ਚ। ਕੱਲ ANB ਨਿਊਜ਼ ਨੇ ਵਰਿੰਦਰ ਢਿੱਲੋਂ ਜੋ ਕਿ ਯੂਥ ਕਾਂਗਰਸ ਦੇ ਪ੍ਰਧਾਨ, ਉਹਨਾਂ ਨਾਲ ਵੀ ਗੱਲ ਕੀਤੀ ਸੀ। ANB ਦੀ ਟੀਮ ਨੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਸਾਬਕਾ ਸਿੱਖਿਆ ਮੰਤਰੀ, ਉਹਨਾਂ ਨਾਲ ਵੀ ਗੱਲ ਕੀਤੀ। ਦੋਨਾਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ, ਭਾਵੇਂ ਕਿ ਕਾਰਜਕਰਤਾ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀਗਾ, ਪਰ ਜਿਹੜੇ ਆਪਣੇ ਬੈਨਰਸ ਹੁੰਦੇ ਨੇ, ਬੈਨਰਸ ਦਾ ਪੂਰਾ ਇੱਕ ਕਰ ਦਿੱਤਾ ਗਿਆ ਸੀਗਾ ਵੀ ਸ਼ਹਿਰ ਦੇ ਵਿੱਚ ਬੈਨਰਸ ਲੱਗੇ ਹੋਏ ਸਨ। ਚੋਣ ਜ਼ਾਬਤੇ ਦੀ ਧੱਜੀਆਂ ਵੀ ਉੱਡਦੀਆਂ ਹੋਈਆਂ ਕਿਤੇ ਨਾ ਕਿਤੇ ਦਿਖਾਈ ਦਿੱਤੀਆਂ। ਹੁਣ ਵੋਟਾਂ ਪੈ ਚੁੱਕੀਆਂ ਨੇ, ਕਿਸਮਤ EVM ਦੇ ਵਿੱਚ ਕੈਦ ਆ। 17 ਤਰੀਕ ਨੂੰ ਆਉਣੀ ਹੈ। ਦੋਨੇ
ਤਿੰਨੇ ਜਿਹੜੇ ਪੱਖ ਨੇ ਜਿਹੜੇ ਵੋਟਾਂ ਦੇ ਵਿੱਚ ਨੇ ਆਪਣੀ ਆਪਣੀ ਜਿੱਤ ਦਾਅਵਾ ਕਰ ਰਹੇ ਨੇ, ਪਰੰਤੂ ਕੁਝ ਲੋਕਾਂ ਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀਗਾ ਸਾਫ਼ ਤੌਰ ਤੇ ਵੀ ਊਂਠ ਚੋਣਾਂ ਦਾ ਕਿਸ ਕਰਵਟ ਜਾ ਕੇ ਬੈਠੇਗਾ। ਮਨਪ੍ਰੀਤ, ਜਿਸ ਤਰ੍ਹਾਂ ਤੁਹਾਡੀ ਵੋਟਰਾਂ ਦੇ ਨਾਲ ਵੀ ਕੱਲ੍ਹ ਗੱਲਬਾਤ ਹੋ ਰਹੀ ਸੀਗੀ, ਤੇ ਕਿਹੜੀਆਂ ਸਮੱਸਿਆਵਾਂ ਮੁੱਖ ਨੇ ਰੂਪਨਗਰ ਦੇ ਵਿੱਚ ਜਿਹੜੀਆਂ ਕਿ ਲੋਕਾਂ ਨੂੰ ਇਹ ਮੰਗ ਕਰ ਰਹੇ ਨੇ ਕਿ ਇਹ ਜਿਹੜੇ ਕੰਮ ਨੇ ਇਹ ਪਹਿਲੇ ਸਮੇਂ ਦੇ ਵਿੱਚ ਨਹੀਂ ਹੋਏ ਤੇ ਹੁਣ ਅੱਗੇ ਹੋਣੇ ਚਾਹੀਦੇ ਨੇ, ਜਿਸ ਨੂੰ ਲੈ ਕੇ ਉਹ ਆਪਣਾ ਉਮੀਦਵਾਰ ਚੁਣ ਜਾ ਰਹੇ ਨੇ? ਗੁਰਪ੍ਰੀਤ, ਪਿਛਲੇ 10 ਸਾਲ ਰੋਪੜ ਦੇ ਵਿੱਚ ਜਿਹੜੀ ਲੋਕਲ ਬੋਡੀ ਦੀ ਸਰਕਾਰ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਅਦੇ ਕੀਤੇ ਗਏ ਸੀਗੇ ਵਿਕਾਸ ਦੇ, ਪਰ ਵਿਕਾਸ ਧਰਾਤਲ ਉੱਤੇ ਬਹੁਤਾ ਨਹੀਂ ਦਿਖਾਈ ਦਿੱਤਾ ਗਿਆ, ਕਿਉਂਕਿ ਬਾਈਪਾਸ ਬਣਾਇਆ ਗਿਆ ਸੀਗਾ। ਬਾਈਪਾਸ ਦੀ ਦੇਖ ਰੇਖ ਦਾ ਕਾਉਂਸਲ ਕੋਲ ਜ਼ਿੰਮੇਵਾਰੀ ਸੀਗੀ, ਪਰ ਬਾਈਪਾਸ ਦੇ ਉੱਤੇ ਜਿਹੜਾ ਬਣਾਇਆ ਗਿਆ ਹੈ ਉਹਦੇ ਉੱਤੇ ਵੀ ਵੱਡੇ ਵੱਡੇ ਟੋਏ ਅਮੂਮਨ ਦੇਖਣ ਨੂੰ ਮਿਲ ਜਾਂਦੇ ਨੇ। ਹਾਈਵੇ ਦੇ ਉੱਤੇ ਜਿਹੜੀਆਂ ਝਾੜੀਆਂ ਉਹ ਵੀ ਬਹੁਤ ਵੱਡੇ ਵੱਡੇ ਝੁੰਡ ਖੜੇ ਕਰ ਦਿੱਤੇ ਗਏ ਹਨ। ਤੇ ਸਭ ਤੋਂ ਬੜੀ ਪ੍ਰੋਬਲਮ ਹੈਗੀ ਹੈ ਪਾਣੀ ਦੀ, ਪਾਣੀ ਅਤੇ ਸੀਵਰੇਜ। ਸ਼ਹਿਰ ਦੇ ਵਿੱਚ 2 ਘੰਟੇ ਮੀਂਹ ਪੈਂਦਾ ਹੈ ਤਾਂ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਬੈਕ ਮਾਰ ਦਿੰਦਾ ਹੈ, ਤੇ ਪੀਣ ਵਾਲੇ ਪਾਣੀ ਦਾ ਤਾਂ ਬਹੁਤ ਵੱਡੀ, ਭਾਵੇਂ ਕਿ ਰੋਪੜ ਨੂੰ 2 ਪਾਸੇ ਦਰਿਆ ਲੱਗਦੇ ਆ, ਇੱਕ ਪਾਸੇ ਦਰਿਆ ਲੱਗ ਕੇ ਨਹਿਰ ਲੱਗਦੀ ਹੈ, ਲੇਕਿਨ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਹੈ। ਇਹ ਲੋਕਾਂ ਦੀਆਂ ਮੇਨ ਸਮੱਸਿਆਵਾਂ ਸੀਗੀਆਂ। ਲੋਕੀ ਕਹਿੰਦੇ ਵੀ ਇੱਕ ਵਿਕਾਸ ਕਰਦਾ ਹੋਇਆ ਜਦੋਂ ਪੀਣ ਦਾ ਪਾਣੀ ਹੀ ਉਹਨਾਂ ਨੂੰ ਮਿਲ ਰਿਹਾ ਤਾਂ ਵਿਕਾਸ ਦੀ ਕੀ ਗੱਲ ਜੀ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ ਕਿ ਜਿਹੜੇ ਮੁੱਖ ਮੁੱਦੇ ਨੇ ਲੋਕਾਂ ਦੇ ਉਹ ਤਾਂ ਕਈ ਤਰ੍ਹਾਂ ਦੇ ਨੇ, ਪਰ ਗਲੀਆਂ ਨਾਲੀਆਂ ਸੀਵਰੇਜ ਤੱਕ ਹੀ ਜਿਹੜੇ ਸਿਮਟ ਕੇ ਕਈ ਮੁੱਦੇ ਰਹਿ ਜਾਂਦੇ ਨੇ। ਉਸ ਤੋਂ ਇਲਾਵਾ ਜਿਹੜੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਜਾਂ ਸਿਹਤ ਖੇਤਰ ਦੀ ਗੱਲ ਕੀਤੀ ਜਾਵੇ, ਜੋ ਵੀ ਇਹ ਸਹੂਲਤਾਂ ਨੇ ਲੋਕਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਨੇ, ਪਰ ਉਹ ਕਿਤੇ ਨਾ ਕਿਤੇ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਜਾਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਇਗਨੋਰ ਹੁੰਦੇ ਵੀ ਨਜ਼ਰ ਆਉਂਦੇ ਨੇ। ਬਿਲਕੁਲ ਸਹੀ ਕਹਿ ਰਹੇ ਗੁਰਪ੍ਰੀਤ ਤੁਸੀਂ। ਹੈਲਥ ਅਤੇ ਐਜੂਕੇਸ਼ਨ ਇਹ ਮੋਹਰੀ ਮੁੱਦਿਆਂ ਦੇ ਵਿੱਚੋਂ ਨਹੀਂ ਹੈ, ਬਹੁਤ ਪਿੱਛੇ ਰਹਿ ਜਾਂਦੇ ਨਾ। ਲੋਕਾਂ ਵੱਲੋਂ ਮੋਹਰੀ ਮੁੱਦੇ ਸਿਰਫ ਸਟਰੀਟ ਲਾਈਟ, ਪਾਣੀ ਪੀਣ ਦੀ ਜਿਹੜੀ ਸਮੱਸਿਆ ਉਹਨਾਂ ਨੂੰ ਆਉਂਦੀ, ਸਾਫ਼ ਪਾਣੀ ਦੀ ਨਹੀਂ ਮਿਲ ਰਿਹਾ, ਜਾਂ ਸੀਵਰੇਜ ਸੜਕਾਂ, ਬਸ ਇਹੀ ਇਹਨਾਂ ਨੇ ਪ੍ਰਾਈਮ ਮੁੱਦੇ ਰੱਖੇ ਹੋਏ ਹਨ। ਪਰ ਜੇਕਰ ਗੱਲ ਕੀਤੀ ਜਾਵੇ ਹੈਲਥ ਤੇ ਐਜੂਕੇਸ਼ਨ ਦੀ, ਹੈਲਥ ਐਜੂਕੇਸ਼ਨ 'ਚ ਜੇਕਰ ਗੱਲ ਕਰੀ ਜਾਵੇ 10 ਬੰਦਿਆਂ ਦਾ ਅਸੀਂ ਸਵਾਲ ਕੀਤਾ ਹੋਵੇਗਾ ਤਾਂ ਸਿਰਫ 2 ਜਾਂ 3 ਬੰਦਿਆਂ ਨੇ ਇਸ ਬਾਬਤ ਆਪਣਾ ਮੁੱਦਾ ਉਠਾਇਆ ਹੋਵੇਗਾ। ਜ਼ਿਆਦਾਤਰ ਲੋਕੀ ਪੀਣ ਵਾਲਾ ਪਾਣੀ, ਸੀਵਰੇਜ, ਸਟਰੀਟ ਲਾਈਟਸ ਜਾਂ ਛੋਟੇ ਮੋਟੇ ਜਿਹੜੀਆਂ ਗਲੀਆਂ ਨਾਲੀਆਂ ਦੀ ਸਮੱਸਿਆ ਹੁੰਦੀ ਹੈ ਉਸ ਬਾਬਤ ਗੱਲ ਕਰਦੇ ਨੇ, ਜਦਕਿ ਸੀਵਰੇਜ ਪੈ ਚੁੱਕੀ ਹੈ ਜ਼ਿਆਦਾਤਰ ਸ਼ਹਿਰ ਦੇ ਵਿੱਚ, ਤੇ ਗਲੀਆਂ ਨਾਲੀਆਂ ਤਾਂ ਬਹੁਤ ਘੱਟ ਹੀ ਨੇ। ਪੁਰਾਣੇ ਸ਼ਹਿਰ ਦੇ ਵਿੱਚ ਜ਼ਰੂਰ ਗਲੀਆਂ ਨਾਲੀਆਂ ਦੀ ਸਮੱਸਿਆ ਹੈਗੀ ਆ, ਪਰ ਜੇਕਰ ਅਸੀਂ ਗੱਲ ਕਰੀਏ ਵੱਡੇ ਪੱਧਰ ਦੇ ਉੱਤੇ ਤਾਂ ਸ਼ਹਿਰ ਦੇ ਵਿੱਚ ਸੀਵਰੇਜ ਪੈਣ ਤੋਂ ਬਾਅਦ ਨਾਲੀਆਂ ਦੀ ਸਮੱਸਿਆ ਬਹੁਤੇ ਵੱਡੇ ਪੱਧਰ ਤੇ ਹੱਲ ਹੋ ਚੁੱਕੀ ਹੈ। ਬਿਲਕੁਲ ਮਨਪ੍ਰੀਤ, ਜਿਸ ਤਰ੍ਹਾਂ ਅਸੀਂ ਵੀ ਉਮੀਦਵਾਰਾਂ ਦੇ ਨਾਲ ਮਾਫ ਕਰਨਾ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਚੁਣਨਾ ਚਾਹੋਗੇ, ਤਾਂ ਉਹ ਅਕਸਰ ਇਹ ਕਹਿੰਦੇ ਸੀਗੇ ਕਿ ਜਿਹੜਾ ਉਹਨਾਂ ਦੇ ਕੰਮਕਾਰ ਕਰਵਾਵੇ ਅਸੀਂ ਉਸ ਤਰ੍ਹਾਂ ਦਾ ਉਮੀਦਵਾਰ ਚੁਣਨਾ ਪਸੰਦ ਕਰਦੇ ਹਾਂ ਜਿਹੜਾ ਉਹਨਾਂ ਦੇ ਨਾਲ ਖੜੇ। ਜੀ ਗੁਰਪ੍ਰੀਤ, ਅਮੂਮਨ ਇਹ ਹੁੰਦਾ ਹੈ ਕਿ ਲੋਕਾਂ ਦਾ ਇਲਜ਼ਾਮ ਇਹ ਲਾਇਆ ਜਾਂਦਾ ਹੈ ਕਿ ਨਗਰ ਕੌਂਸਲ ਇਲੈਕਸ਼ਨ ਜਦੋਂ ਹੁੰਦੇ ਜਾਂ ਜਦੋਂ ਵੀ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਆ, ਅਮੂਮਨ ਇਹ ਲੋਕਾਂ ਨੂੰ ਕਿਹਾ ਜਾਂਦਾ ਕਿ ਜਦੋਂ ਵੋਟਾਂ ਹੁੰਦੀਆਂ ਉਦੋਂ ਹੱਥ ਜੋੜ ਕੇ ਖੜ ਜਾਂਦੇ ਕਿ ਸਾਨੂੰ ਵੋਟ ਪਾਓ, ਪਰ ਬਾਅਦ 'ਚ ਉਹ ਰਫੂ ਚੱਕਰ ਹੋ ਜਾਂਦੇ, ਦਿਖਾਈ ਨਹੀਂ ਦਿੰਦੇ ਹੈਗੇ। ਇਸ ਲਈ ਲੋਕਾਂ ਦੇ ਵਿੱਚ ਕਈ ਜਗ੍ਹਾ ਤੇ ਇਹ ਗੱਲ ਜਾਇਜ਼ ਵੀ ਹੁੰਦੀ ਹੈ ਕਿ ਉਹਨਾਂ ਵੱਲੋਂ ਆਪਣੇ ਪ੍ਰਤੀਨਿਧੀ ਨੂੰ ਚੁਣਿਆ ਜਾਂਦਾ ਹੈ, ਲੇਕਿਨ ਉਹ 5 ਸਾਲ ਦਿਖਾਈ ਨਹੀਂ ਦਿੰਦਾ ਹੈਗਾ। ਜਦੋਂ ਵੋਟਾਂ ਨੇੜੇ ਆ ਜਾਂਦੀ ਹੈ ਉਦੋਂ ਦਿਖਾਈ ਦਿੰਦਾ ਹੈ, ਕਿਉਂਕਿ ਜਿਹੜਾ ਨਗਰ ਕੌਂਸਲ ਹੁੰਦਾ ਹੈ ਬਹੁਤ ਛੋਟੀਆਂ ਅਟੈਸਟਡ ਕਰਨਾ ਹੁੰਦਾ ਹੈ। ਕਿਸੇ ਨੇ ਕੋਈ ਪ੍ਰਮਾਣ ਪੱਤਰ ਬਣਾਉਣਾ ਹੁੰਦਾ, ਉਹਦੇ ਵਾਸਤੇ ਅਟੈਸਟੇਸ਼ਨ ਚਾਹੀਦੀ ਹੁੰਦੀ ਹੈ। ਕੋਈ ਛੋਟੇ ਮੋਟੇ ਕੋਈ ਲੜਾਈ ਝਗੜੇ ਹੁੰਦੇ ਆ, ਉਹਨਾਂ ਦੇ ਨਾਲ ਜਾਣਾ ਹੁੰਦਾ, ਉਹਨਾਂ ਨੂੰ ਸਮਝੌਤਾ ਕਰਵਾਉਣਾ ਹੁੰਦਾ ਹੈ। ਇਹ ਛੋਟੀ ਸਮੱਸਿਆਵਾਂ ਹੁੰਦੀਆਂ, ਪਰ ਜਦੋਂ ਉਹਨਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਉਹਨਾਂ ਦੇ ਨਾਲ ਨਹੀਂ ਜਾਣਗੇ ਤਾਂ ਲੋਕਾਂ ਵਿੱਚ ਰੋਸ ਤਾਂ ਅਮੂਮਨ ਜ਼ਾਹਿਰ ਹੋ ਹੀ ਜਾਂਦਾ ਹੈ। ਧੰਨਵਾਦ ਮਨਪ੍ਰੀਤ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ।